सतनाम गुर प्रसाद रामदास सरोवर नाते सब उतरे पाप कुआते निर्मल होए कर स्नाना गुरपुरै के नदाना। धन गुरु रामदास 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 धन गुरु रामदास। सचखंड श्री हरमंदर साहिब श्री ਅੰਮ੍ਰਿਤਸਰ ਸਿੱਖਾਂ ਦਾ ਮਹਾਨ ਤੀਰਥ ਅਸਥਾਨ ਹੈ। ਸਿੱਖ ਜਿੱਥੇ ਕਿਧਰੇ ਵੀ ਦੇਸ਼ ਵਿਦੇਸ਼ ਵਿੱਚ ਬੈਠਾ ਹੋਵੇ ਉਹ ਆਪਣੀ ਦੋਨੋਂ ਵੇਲੇ ਦੀ ਅਰਦਾਸ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਨੂੰ ਲੋਚਦਾ ਹੈ। ਇਸ ਦੇ ਚਾਰ ਚਫੇਰੇ ਅੰਮ੍ਰਿਤ ਜਲ ਦੀਆਂ ਪਵਿੱਤਰ ਲਹਿਰਾਂ ਨਾਲ ਲਹਿਰਾਉਂਦਾ ਅੰਮ੍ਰਿਤ ਸਰੋਵਰ ਇਸ ਦੀ ਸ਼ਾਨ ਤੇ ਮਹਾਨਤਾ ਨੂੰ ਚਾਰ ਚੰਨ ਲਾਉਂਦਾ ਹੈ। ਸ੍ਰੀ ਹਰਮੰਦਰ ਸਾਹਿਬ ਕਲਾ ਦਾ ਸੁੰਦਰ ਨਮੂਨਾ ਗੁਰਬਾਣੀ ਦੇ ਕੀਰਤਨ ਤੇ ਪਾਠ ਦੇ ਅਖੰਡ ਪ੍ਰਵਾਹ ਦੀ ਵਗਦੀ ਨਿਰਮਲ ਧਾਰਾ, ਸੇਵਾ ਤੇ ਸਿਮਰਨ ਦਾ ਸੰਗਮ ਅਤੇ ਸਿੱਖੀ ਦਾ ਰੋਸ਼ਨ ਮੀਨਾਰ ਹੈ। ਇਹ ਸੱਚਮੁੱਚ ਮਾਤ ਲੋਕ ਵਿੱਚ ਸੱਚਖੰਡ ਹੈ। ਸ੍ਰੀ ਹਰਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਹਨ ਜੋ ਚੌਹਾਂ ਵਰਣਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਖੁੱਲ੍ਹੇ ਹਨ। ਇਸੇ ਲਈ ਸਮੁੱਚੀ ਮਾਨਵ ਜਾਤੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਵੇਖਦੀ ਹੈ। ਸ੍ਰੀ ਹਰਮੰਦਰ ਸਾਹਿਬ ਕਿਸੇ ਮਨੁੱਖ, ਪੀਰ, ਪੈਗੰਬਰ ਤੇ ਅਵਤਾਰ ਦੇ ਨਾਂ ਤੇ ਨਹੀਂ ਸਗੋਂ ਸਰਵ ਸ਼ਕਤੀਮਾਨ ਹਰੀ ਦੇ ਨਾਮ ਉੱਤੇ ਹੈ ਤੇ ਇਹ ਉਸ ਦਾ ਆਪਣਾ ਘਰ ਹੈ। ਇਸ ਪਵਿੱਤਰ ਅਸਥਾਨ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੋਈ। ਪਹਿਲੇ ਇੱਥੇ ਪਾਣੀ ਦੀ ਇੱਕ ਡਾਬ ਤੇ ਰਮਣੀਕ ਸੰਘਣਾ ਜੰਗਲ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਪਾਣੀ ਦੀ ਡਾਬ ਦੇ ਕਿਨਾਰੇ ਇੱਕ ਬ੍ਰਿਖ ਥੱਲੇ ਬੈਠ ਕੇ ਸਮਾਧੀ ਲਗਾਈ ਅਤੇ ਸਮਾਧੀ ਖੁੱਲਣ ਤੋਂ ਬਾਅਦ ਭਾਈ ਮਰਦਾਨਾ ਜੀ ਨੂੰ ਕਿਹਾ, ਇੱਥੇ ਮੋਖ ਤੇ ਭੋਗ ਦਾ ਲੰਗਰ 8 ਪੈਰ ਚੱਲੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਅਸਥਾਨ ਤੇ ਕੋਈ ਐਸੀ ਚੰਬਕੀ ਸ਼ਕਤੀ ਦਾ ਬੀਜ ਬੀਜਿਆ ਜੋ ਵੀ ਸ਼ਰਧਾਲੂ ਇੱਥੇ ਆਉਂਦਾ ਹੈ ਉਸ ਦੀ ਸੁਰਤ ਆਪਣੇ ਆਪ ਪਰਮਾਤਮਾ ਵੱਲ ਜੁੜ ਜਾਂਦੀ ਹੈ। ਕਲਯੁਗੀ ਜੀਵਾਂ ਦੇ ਉਧਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ ਪਵਿੱਤਰ ਅਸਥਾਨ ਦੀ ਜਾਣਕਾਰੀ ਦਿੱਤੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤੀਜੀ ਨਾਨਕ ਜੋਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਸ ਪਾਵਨ ਅਸਥਾਨ ਦੀ ਮਹਾਨਤਾ ਬਾਰੇ ਦੱਸਿਆ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਅਸਥਾਨ ਤੇ ਮਹਾਨ ਤੀਰਥ ਅਸਥਾਨ ਪ੍ਰਗਟ ਕਰਨ ਦਾ ਫੈਸਲਾ ਕਰ ਲਿਆ ਅਤੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਇਸ ਜਗ੍ਹਾ ਤੇ ਪਵਿੱਤਰ ਸਰੋਵਰ ਬਣਾ ਕੇ ਮਹਾਨ ਤੀਰਥ ਅਸਥਾਨ ਬਣਾਉਣ ਦਾ ਆਦੇਸ਼ ਦਿੱਤਾ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਅਤੇ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਸੰਪੂਰਨ ਹੋ ਗਿਆ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਇਸ ਪ੍ਰਕਾਰ ਦਿੰਦੇ ਹਨ,
बैठा सोडी पातशाह रामदास सतगुरु कहावे पूरन ताल खटाया ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਉਪਰੰਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਬਣਾਏ ਹੋਏ ਸਰੋਵਰ ਦੇ ਚਾਰੇ ਪਾਸੇ ਪੱਕੇ ਪੌੜ ਬਣਾਉਣ ਦੀ ਸੇਵਾ ਆਰੰਭ ਕੀਤੀ। ਸ੍ਰੀ ਹਰਮੰਦਰ ਸਾਹਿਬ ਜੀ ਦੇ ਉਸਾਰੀ ਦੇ ਕਾਰਜ ਦੀ ਨਿਗਰਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਰਦੇ ਸਨ। ਉਹਨਾਂ ਦੇ ਨਾਲ ਸਹਾਇਕ ਗੁਰਮੁਖ ਸਿੱਖ ਬਾਬਾ ਬੁੱਢਾ ਜੀ, ਬਾਈ ਗੁਰਦਾਸ ਜੀ, ਬਾਈ ਸ਼ਾਲੋ ਜੀ, ਬਾਈ ਪਿਆਰਾ ਜੀ ਤੇ ਬਾਈ ਕਲਿਆਣਾ ਜੀ ਆਦਿ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਇੱਕ ਅਜਿਹਾ ਪ੍ਰਭਾਵਸ਼ਾਲੀ ਮੰਦਰ ਬਣਾਇਆ ਜਿਸ ਵਰਗਾ ਸੰਸਾਰ ਵਿੱਚ ਹੋਰ ਕੋਈ ਮੰਦਰ ਨਹੀਂ। ਹਰੀ ਦੇ ਇਸ ਮੰਦਰ ਦੀ ਸੁੰਦਰਤਾ ਤੇ ਸ਼ਾਨ ਨੂੰ ਵੇਖ ਕੇ ਗੁਰੂ ਸਾਹਿਬ ਨੇ ਖੁਸ਼ੀ ਵਿੱਚ ਇਹ ਸ਼ਬਦ ਉਚਾਰਿਆ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਦਾਤੇ ਤਾ ਤੂੰ ਸੋਇਆ, ਬਦੋ ਪੁਰਖ ਵਿਦਾਤੇ ਤਾ ਤੂੰ ਸੋਇਆ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਅਨੂਪ ਰਾਮਦਾਸਪੁਰ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਦਾਤੇ ਤਾ ਤੂੰ ਸੋਇਆ, ਬਦੋ ਪੁਰਖ ਵਿਦਾਤੇ ਤਾ ਤੂੰ ਸੋਇਆ, ਡੇਠੇ ਸਭੇ ਥਾਵ ਨਹੀਂ ਤੁਧ ਜਿਹਾ। ਸ੍ਰੀ ਹਰਮੰਦਰ ਸਾਹਿਬ ਜੀ ਤੇ ਸੋਨਾ ਚੜਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ। ਉਦੋਂ ਤੋਂ ਹੀ ਇਹ ਸਾਰੇ ਸੰਸਾਰ ਵਿੱਚ ਗੋਲਡਨ ਟੈਂਪਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਸੰਪੂਰਨ ਹੋਣ ਤੋਂ ਬਾਅਦ ਗੁਰੂ ਸਾਹਿਬ ਨੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦਾ ਕਾਰਜ ਗੁਰਦੁਆਰਾ ਰਾਮਸਰ ਵਿਖੇ ਆਰੰਭਿਆ। ਗੁਰੂਆਂ ਤੇ ਭਗਤਾਂ ਦੀ ਬਾਣੀ ਸ਼ਾਮਲ ਕਰਕੇ ਸੰਨ 1604 ਈਸਵੀ ਨੂੰ ਸੰਪੂਰਨ ਕੀਤਾ। ਇਸ ਬੀੜ ਸਾਹਿਬ ਦੇ ਲਿਖਾਰੀ ਬਾਈ ਗੁਰਦਾਸ ਜੀ ਸਨ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕਰਨ ਦਾ ਦਿਨ ਗੁਰੂ ਜੀ ਨੇ ਬਾਦਰੋਂ ਸੁਦੀ ਏਕਮ ਸੰਮਤ
30 ਅਗਸਤ ਸਨ 1604 ਈਸਵੀ ਨੂੰ ਨਿਯਤ ਕੀਤਾ। ਨਰਸਿੰਘਿਆਂ ਤੇ ਵਾਜਿਆਂ ਦੀ ਗਣਗੋਰ ਆਵਾਜ਼ਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਾਬਾ ਬੁੱਢਾ ਜੀ ਦੇ ਸੀਸ ਤੇ ਸੁਸ਼ੋਭਿਤ ਕਰਕੇ ਪੰਚਮ ਪਾਤਸ਼ਾਹ ਚੌਰ ਕਰਦੇ ਹੋਏ ਗੁਰਦੁਆਰਾ ਸ੍ਰੀ ਰਾਮਸਰ ਤੋਂ ਸ੍ਰੀ ਹਰਮੰਦਰ ਸਾਹਿਬ ਚਲੇ ਅਤੇ ਨਾਲ ਸੰਗਤਾਂ ਦਾ ਭਾਰੀ ਇਕੱਠ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਪੁੱਜ ਕੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਬੇਨਤੀ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਜਦ ਬਾਬਾ ਜੀ ਨੇ ਸਤਕਾਰ ਸਹਿਤ ਪ੍ਰਕਾਸ਼ ਕਰ ਲਿਆ ਤਾਂ ਸਤਿਗੁਰਾਂ ਨੇ ਸੰਗਤਾਂ ਨੂੰ ਹੁਕਮ ਸੁਣਾਉਣ ਲਈ ਬਾਬਾ ਬੁੱਢਾ ਜੀ ਨੂੰ ਆਖਿਆ ਤਾਂ ਪਹਿਲੇ ਹੁਕਮਨਾਮੇ ਵਿੱਚ ਇਹ ਮਹਾਵਾਕ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਸ ਸਮੇਂ ਤੋਂ ਹੀ ਸਿੱਖ ਜਗਤ ਉਸ ਦਿਨ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਵਿਸ਼ੇਸ਼ ਪੁਰਬ ਦੇ ਰੂਪ ਵਿੱਚ ਮਨਾ ਰਿਹਾ ਹੈ। ਅਤੇ ਆਓ ਹੁਣ ਇਸ ਵਿਸ਼ੇਸ਼ ਪੁਰਬ ਦੇ ਦਰਸ਼ਨ ਕਰੀਏ। ਇਸ ਇਤਿਹਾਸਕ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਸੁਨਹਿਰੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਗੁਰਦੁਆਰਾ ਸ੍ਰੀ ਰਾਮਸਰ ਜੀ ਤੋਂ ਸ੍ਰੀ ਹਰਮੰਦਰ ਸਾਹਿਬ ਜੀ ਤੱਕ ਨਗਰ ਕੀਰਤਨ ਕਰਦਿਆਂ ਲਿਆਇਆ ਜਾਂਦਾ ਹੈ। अकाल की अभी चलायो पंथ, सबसे खन को हुक्म है, गुरु मान्यो ग्रंथ। आगे अपई अकाल की अभी चलायो पंथ, सबसे खन को हुक्म है, गुरु मान्यो ग्रंथ। आगे अपई अकाल की कभी चलायो पंथ, सबसे खन को हुक्म है, गुरु मान्यो ग्रंथ। आगे अपई अकाल की जी मान्यो प्रगट गुरा की दे। गुरु ग्रंथ जी मान्यो प्रगट गुरा की दे। जो प्रभु को मिल बोच है, खोज शब्द में शब्द में राज करेगा खालसा, राज करेगा खालसा, राज करेगा खालसा, राज करेगा खालसा, राज करेगा खालसा। खालसा अकाल पुरख की बोझ, सत्यो खालसा परमात्मा की मौज। खालसा अकाल पुरख की फौज, सत्यो खालसा परमात्मा की मौज। जब लग खालसा रहे न्यारा, तब लग तेज दियो में सारा। जब गए विपरन की जीत, मैं न करो इनकी परतीत। आगे अपई
अकाल की, कभी चलायो पंथ, सब सिखन को हुक्म है, गुरु मान्यो ग्रंथ। आज्ञा पई अकाल की, कभी चलायो पंथ, सब सिखन को हुक्म है, गुरु मान्यो ग्रंथ। आज्ञा पई अकाल की। राज करेगा खालसा, बाकी रहे न कोई। राज करेगा खालसा, बाकी रहे न कोई। पार होए सब मिलेंगे, बचे शरण जो होए। पार होए सब मिलेंगे, बचे शरण जो होए। राज करेगा खालसा, राज करेगा खालसा, राज करेगा खालसा, राज करेगा खालसा, राज करेगा खालसा। खालसा सोई जो निंदा त्यागे, खालसा सोई लड़े होए आगे। खालसा सो परदिष्ट ते आगे, खालसा सोई नाम रत लागे। खालसा सोई गुरु हित लावे, खालसा सोई सार मुखावे। खालसा सो निर्धन को पाले, खालसा सोई दुष्ट को गाले। खालसा सोई जो चढ़े दुरंग, खालसा सोई करे नित्य जंग। आज्ञा भई अकाल की, कभी चलायो पंथ, सब सिखन को हुक्म है, गुरु मान्यो ग्रंथ। अमृत वाणी सुनत निहार, अमृत वाणी सुनत निहार, निहार निहार। गाओ दसी वाणी जी, गाओ दसी वाणी। वाणी लगाओ गुरु केरी, 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 वाणी लगाओ गुरु केरी। वाणी आकर वाणी जी, गाओ दसी वाणी। गुर सिख आए मिल, गुर सिख आए मिल। पल के बर्बादी उद्यम करे, पल के बर्बादी इच्छिनान करे। अमृत सरना वे वाणी प्रभु की सबको बोले, वाणी प्रभु की सबको बोले, वाणी प्रभु की सबको बोले, वाणी प्रभु की सबको हवाई जहाज द्वारा फुੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। आप अडोल वाणी प्रभु की। ਹੁਣ ਸਵਾਰੀ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿੱਚ
प्रवेश कर रही है। दसम पातशाह श्री गुरु गोबिंद सिंह महाराज जी ने ज्योति जोत समाउण तो पहला सन 1708 ईस्वी विच गुरियाई श्री गुरु ग्रंथ साहिब जी नूं सौंप दित्ती ते हुक्म कीता, आ गया भई अकाल की तबे चलायो पंथ, सब सिखन को हुक्म है गुरु मान्यो ग्रंथ। जुगो जुग अटल श्री गुरु ग्रंथ साहिब जी दुनिया दे एक अजिहे धर्म ग्रंथ हन जिन्हां नूं ही सिर्फ गुरु होण दा भी खिताब है, क्योंकि श्री गुरु ग्रंथ साहिब जी विच केवल ते केवल एक निरंकार दी ही उस्तत है ते ए निरंकार दे ही प्रतख रूप हन। गुरु वाक है, वाह वाह वाणी निरंकार है, वाह वाह वाणी निरंकार है, तिस जेव देवर न कोय, तिस जेव देवर न कोय, वाह वाह वाणी निरंकार है, वाह वाह वाणी निरंकार है, तिस जेव देवर न कोय, वाह वाह वाणी निरंकार है, वाह वाह वाणी निरंकार है। वाणी निरंकार है, वाह वाह वाणी निरंकार है, तिस जे वड्यावर न कोय, वाह वाह वाणी निरंकार है, वाह वाह वाणी निरंकार है। वाणी निरंकार है, वाह वाह वाणी निरंकार है, तिस जे वड्यावर न कोय, वाह वाह वाणी निरंकार है, वाह वाह वाणी निरंकार है, वाणी निरंकार है, वाणी निरंकार है, वाणी निरंकार है, वाणी पंचम पातशाह श्री गुरु अर्जन देव जी ने श्री हरमंदर साहिब जी की उसारी करके इस विच जुगो जुग अटल श्री गुरु ग्रंथ साहिब जी का प्रकाश करके सचमुच धरती उत्ते सचखंड का उतारा कर देता।
ਜਲੋ ਅੱਜ ਸ੍ਰੀ ਹਰਮੰਦਰ ਸਾਹਿਬ ਵਿੱਚ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਜਲੋ ਸਜਿਆ ਹੋਇਆ ਹੈ। ਸ੍ਰੀ ਹਰਮੰਦਰ ਸਾਹਿਬ ਅੰਦਰ ਸਾਲ ਵਿੱਚ 5 ਵਾਰੀ ਜਲੋ ਸਜਾਇਆ ਜਾਂਦਾ ਹੈ। ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਅਵਤਾਰ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ, ਗੁਰਤਾ ਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਅਵਤਾਰ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਅੱਜ ਦੇ ਦਿਹਾੜੇ ਭਾਵ ਪਹਿਲਾ ਪ੍ਰਕਾਸ਼ ਉਤਸਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਕੇ ਤੇ ਜਲੋ ਸਜਾਏ ਜਾਂਦੇ ਹਨ। ਇਸ ਦਿਨ ਸ੍ਰੀ ਹਰਮੰਦਰ ਸਾਹਿਬ ਅੰਦਰ ਬਹੁਤ ਸਾਰੀਆਂ ਕੀਮਤੀ ਵਸਤਾਂ ਸੰਗਤਾਂ ਦੇ ਦਰਸ਼ਨਾਂ ਲਈ ਸਜਾਈਆਂ ਜਾਂਦੀਆਂ ਹਨ, ਜਿਵੇਂ ਕਿ ਜੜਾਓ ਛਤਰ। ਇਹ ਸੋਨੇ ਦਾ ਬਣਿਆ ਹੈ। ਇਸ ਦਾ ਵਜ਼ਨ 10 ਸੇਰ ਹੈ। ਸਿਰ ਉੱਤੇ ਕੀਮਤੀ ਮੋਰ ਬਣਿਆ ਹੋਇਆ ਹੈ, ਜਿਸ ਦੀ ਦੌਣ ਨੀਲਮ ਦੀ ਹੈ। ਮੋਰ ਦੀ ਚੁੰਝ ਵਿੱਚ ਸੁੱਚੇ ਮੋਤੀਆਂ ਦੀ ਨਿੱਕੀ ਜਿਹੀ ਮਾਲਾ ਹੈ। ਛਤਰ ਉੱਤੇ ਹੀਰੇ, ਪੰਨੇ ਤੇ ਲਾਲ ਜੜੇ ਹੋਏ ਹਨ। ਛਤਰ ਨਾਲ ਸੋਨੇ, ਹੀਰੇ ਅਤੇ ਜਵਾਹਰਾਤ ਦੀਆਂ ਲੜੀਆਂ ਲਟਕ ਰਹੀਆਂ ਹਨ। ਜੜਾਓ ਸਿਹਰਾ। ਇਹ ਜੜਾਓ ਸਿਹਰਾ ਹੀਰੇ ਮੋਤੀਆਂ ਨਾਲ ਬਣਿਆ ਹੋਇਆ ਹੈ। ਇਸ ਸਿਹਰੇ ਵਿੱਚ ਲਾਲ ਜਵਾਹਰਾਤ ਅਤੇ ਹੀਰੇ ਮੋਤੀਆਂ ਦੀ ਗਿਣਤੀ 2953 ਹੈ। ਇਨ੍ਹਾਂ ਕੀਮਤੀ ਵਸਤਾਂ ਤੋਂ ਇਲਾਵਾ ਸੋਨੇ ਦੇ ਦਰਵਾਜ਼ੇ, ਸੋਨੇ ਦੀਆਂ ਕਈਆਂ, ਚਾਂਦੀ ਦੇ ਬਾਟੇ ਅਤੇ ਹੋਰ ਕਈ ਕੀਮਤੀ ਵਸਤਾਂ ਸੰਗਤਾਂ ਦੇ ਦਰਸ਼ਨਾਂ ਨੂੰ ਸਜਾਈਆਂ ਜਾਂਦੀਆਂ ਹਨ। ਹਰ ਮੰਦਰ ਹਰ ਸਾਜਿਆ, ਹਰ ਮੰਦਰ ਹਰ ਸਾਜਿਆ, ਹਰ ਮੰਦਰ ਹਰ ਸਾਜਿਆ, ਹਰ ਮੰਦਰ ਹਰ ਸਾਜਿਆ, ਹਰ ਵਸੇ, ਹਰ ਵਸੇ, ਹਰ ਵਸੇ ਜਿਸ ਹਰ ਮੰਦਰ ਹਰ ਸਾਜਿਆ, ਹਰ ਮੰਦਰ ਹਰ ਸਾਜਿਆ, ਹਰ ਮੰਦਰ ਹਰ ਸਾਜਿਆ, ਹਰ ਮੰਦਰ ਹਰ ਸਾਜਿਆ। गुरमती हर पाया, माया मोह पर जाल, गुरमती हर पाया, माया गुरुमती हर पाया, माया मोह पर हर मंदिर हर साजया, हर मंदिर हर साजया, हर मंदिर हर साजया, हर मंदिर हर साजया, हर वसे हर ਚਿੱਤਰ ਕਲਾ। ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਹਰ ਸਿੱਖ ਯਾਤਰੂ ਦੇ ਮਨ ਵਿੱਚ ਜਿੱਥੇ ਇੱਥੋਂ ਦੇ ਸ਼ਾਂਤ ਤੇ ਅੱਠੇ ਪਹਿਰ ਇਲਾਹੀ ਕੀਰਤਨ ਦਾ ਪ੍ਰਭਾਵ ਪੈਂਦਾ ਹੈ, ਉੱਥੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਚਿੱਤਰ ਕਲਾ ਹਰ ਦਰਸ਼ਕ ਨੂੰ ਆਪਣੇ ਵੱਲ ਖਿੱਚਦੀ ਹੈ। ਕਿਉਂਕਿ ਸ੍ਰੀ ਹਰਮੰਦਰ ਸਾਹਿਬ ਜੀ ਦੀ ਕਲਾ ਦੁਨੀਆ ਦੇ ਹੋਰ ਭਵਨਾਂ ਨਾਲੋਂ ਵੱਖਰੀ ਤੇ ਕਲਾ ਪਾਰਖੂਆਂ ਨੂੰ ਹੈਰਾਨ ਕਰ ਦੇਣ ਵਾਲੀ ਹੈ। ਇਸ ਚਿੱਤਰ ਕਲਾ ਦੇ ਕਈ ਰੂਪ ਹਨ, ਜਿਵੇਂ ਕਿ ਸੁਨਹਿਰੀ ਚਿੱਤਰ, गुरमती ਜੜਤਕਾਰੀ,
हर पाया मोहर कांशी माया नकाशी ਅਤੇ ਗੱਚ ਦੀ ਮੁਨੱਵਤ ਆਦਿ। ਚਿੱਟੇ ਸੰਗਮਰਮਰ ਦੇ ਪੱਥਰਾਂ ਵਿੱਚ ਵੱਖ-ਵੱਖ ਰੰਗਾਂ ਦੇ ਦੇਸ਼ੀ ਵਿਦੇਸ਼ੀ ਪੱਥਰਾਂ ਨਾਲ ਮੱਛੀਆਂ, ਬਗਲਿਆਂ, ਹਰਣਾ, ਕੱਛੂ ਕਮਿਆਂ, ਚਿੜੀਆਂ, शेरां, हाथियां, गुलाबदानियां दियां सुंदर शक्लां तो इलावा सुंदर फलां, फुल्लां, वेलां, दरख्तां ਅਤੇ ਸਮਾਧੀ ਲਾਏ ਬੈਠੇ ਸਾਧੂਆਂ ਦੇ ਬੜੇ ਹੀ ਦਿਲ ਖਿੱਚਵੇਂ ਚਿੱਤਰ ਹਨ। ਸ੍ਰੀ ਹਰਮੰਦਰ ਸਾਹਿਬ ਵਿਚਲੀ ਚਿੱਤਰਕਾਰੀ ਵਿੱਚ ਦਰਸਾਏ ਗਏ ਜੀਵ ਜੰਤੂ ਤੇ ਪੰਛੀ ਗੁਰਬਾਣੀ ਦੇ ਪ੍ਰਤੀਕ ਤੇ ਸਿੱਖ ਸਿਧਾਂਤਾਂ ਨੂੰ ਉਜਾਗਰ ਕਰਦੇ ਹਨ। रामदास गुरु जग तारन को, रामदास गुरु जग तारन को, गुरजोत अर्जुन माहे धरे। रामदास गुरु जग तारन को, रामदास गुरु जग तारन को, गुरजोत अर्जुन माहे धरे। रामदास गुरु अंत न पावत देव श्रवै मुनि, इंद्र महाशिव जोग करी। अंत न पावत देव श्रवै मुनि, इंद्र महाशिव जोग करी। फुन वेद विरंच विचार रहो, हर जाप न छाडो एक धरी। फुन वेद विरंच विचार रहो, हर जाप न छाडो एक करी। रामदास गुरु जग तारन को, रामदास गुरु जग तारन को, गुरजोत अर्जुन माहे धरे। रामदास गुरु मथुरा जन को प्रभु दीन दयाल है, संगत श्रेष्ठ निहाल करी। मथुरा जन को प्रभु दीन दयाल है, संगत श्रेष्ठ निहाल करी। रामदास गुरु जग तारन को, रामदास गुरु जग तारन को, गुरजोत अर्जुन माहे धरे। रामदास गुरु जग तारन को, रामदास गुरु जग तारन को, गुरजोत अर्जुन माहे धरे। रामदास
ਹਰ ਕੀ ਪੌੜੀ। ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪਿਛਲੇ ਪਾਸੇ ਪੌੜੀਆਂ ਵਾਲੇ ਗਾੜ ਦਾ ਨਾਮ ਹਰ ਕੀ ਪੌੜੀ ਹੈ। ਪੰਚਮ ਪਾਤਸ਼ਾਹ ਜਦੋਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਉਹਨਾਂ ਨੇ ਅਤੇ ਸੇਵਾ ਕਰ ਰਹੀ ਸੰਗਤ ਨੇ ਇੱਕ ਅਦਭੁਤ ਨਜ਼ਾਰਾ ਵੇਖਿਆ ਕਿ ਹਰ ਕੀ ਪੌੜੀ ਵਾਲੇ ਸਥਾਨ ਤੇ ਜਿਹੜੀ ਬਹੁਤ ਸਾਰੀ ਸੰਗਤ ਸੇਵਾ ਕਰ ਰਹੀ ਸੀ, ਉਹਨਾਂ ਦੇ ਬੜੇ ਅਨੋਖੇ ਤੇ ਨੂਰਾਨੀ ਚਿਹਰੇ ਸਨ। ਸੰਗਤਾਂ ਨੇ ਹੈਰਾਨ ਹੋ ਕੇ ਸਤਿਗੁਰਾਂ ਪਾਸੋਂ ਪੁੱਛਿਆ ਕਿ ਇਹ ਦਿਵਯ ਸਰੂਪ ਵਿਅਕਤੀ ਕੌਣ ਹਨ ਅਤੇ ਇਹਨਾਂ ਨਾਲ ਚਮਕਦੇ ਚਿਹਰਿਆਂ ਵਾਲੀ ਸੰਗਤ ਕਿਸ ਇਲਾਕੇ ਦੀ ਹੈ। ਸਤਿਗੁਰ ਤਾਂ ਜਾਣੀ ਜਾਣ ਸਨ। ਉਹਨਾਂ ਨੇ ਆਪਣੇ ਅਨੁਭਵ ਦੁਆਰਾ ਪਹਿਲੀ ਨਜ਼ਰ ਵਿੱਚ ਹੀ ਪਛਾਣ ਲਿਆ ਕਿ ਇਹ ਤਾਂ ਆਪ ਹਾਰੀ ਅਕਾਲ ਪੁਰਖ ਤੇ ਮੁਖੀ ਦੇਵੀ ਦੇਵਤੇ ਸੇਵਾ ਕਰ ਰਹੇ ਹਨ। ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਅਕਾਲ ਪੁਰਖ ਹਰੀ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਦੇਵਤਿਆਂ ਨਾਲ ਆਪ ਸੇਵਾ ਕਰਵਾਉਣ ਆਇਆ ਹੈ ਅਤੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ, ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਅੰਮ੍ਰਿਤ ਸਰੋਵਰ ਤਿਆਰ ਹੋਇਆ ਤਾਂ ਪੰਚਮ ਪਾਤਸ਼ਾਹ ਨੇ ਇੱਥੋਂ ਅੰਮ੍ਰਿਤ ਦਾ ਚੂਲਾ ਲਿਆ ਤੇ ਅਕਾਲ ਪੁਰਖ ਹਰੀ ਦੇ ਆਪ ਸੇਵਾ ਕਰਨ ਕਰਕੇ ਇਸ ਸਥਾਨ ਦਾ ਨਾਂ ਹਰ ਕੀ ਪੌੜੀ ਰੱਖਿਆ। ਉਸ ਸਮੇਂ ਤੋਂ ਹੀ ਇਹ ਮਰਿਆਦਾ ਚਲੀ ਆ ਰਹੀ ਹੈ ਕਿ ਜਦ ਵੀ ਕੋਈ ਗੁਰੂ ਘਰ ਦਾ ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਮੱਥਾ ਟੇਕ ਕੇ ਪਿਛਲੇ ਪਾਸੇ ਜਾਂਦਾ ਹੈ ਤਾਂ ਹਰ ਕੀ ਪੌੜੀ ਤੋਂ ਅੰਮ੍ਰਿਤ ਦਾ ਚੂਲਾ ਜ਼ਰੂਰ ਲੈਂਦਾ ਹੈ। जस वेद पुरानी गाया। अपना बिरद रखिया परमेश्वर। अपना बिरद रखिया परमेश्वर। नानक नाम ते आया। जस वेद पुरानी वेद पुरानी। ਸਾਧ ਸੰਗਤ ਜੀਓ, ਆਓ ਹੁਣ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਦਰਸ਼ਨ ਕਰੀਏ। नानक गरीब तै पया द्वारे हार मेल लहू बढ़ाए। नानक गरीब तै पया द्वारे हार मेल लहो बढ़ाए। नानक गरीब कोई आन मिलावे मेरा प्रीतम प्यारा। हाँ तिस पे आप बचाई। कोई आन मिलावे मेरा प्रीतम प्यारा। हाँ तिस पे आप बचाई।
दर्शनहार देखण कताई हर देखण कताई कृपा का सतगुरु मेला हर हर नाम तेरा हर हर नाम तेरा नानक गरीब पया द्वारे हार मेल लहू बढ़ाए नानक गरीब पया द्वारे हार मेल लहू बढ़ाए नानक गरीब। ਗੁਰਦੁਆਰਾ ਦੁੱਖ ਬੰਜਨੀ ਬੇਰ ਸਾਹਿਬ ਇਹ ਉਹ ਅਸਥਾਨ ਹੈ ਜਿੱਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਕਿਰਪਾ ਨਾਲ ਦੇ ਆਰੋਗ ਹੋਇਆ ਸੀ। ਵਾਪਰਿਆ ਇਉਂ ਕਿ ਪੱਟੀ ਦੇ ਇੱਕ ਅਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ। ਹੋਰ ਸਭਨਾਂ ਨੇ ਦੁਨੀ ਚੰਦ ਦੀ ਇੱਛਾ ਅਨੁਸਾਰ ਕਹਿ ਦਿੱਤਾ ਕਿ ਉਹ ਉਸ ਦਾ ਦਿੱਤਾ ਖਾਂਦੀਆਂ ਹਨ। ਪਰ ਬੀਬੀ ਰਜਨੀ ਜੋ ਬਚਪਨ ਵਿੱਚ ਲਾਹੌਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕੇ ਘਰ ਵਿੱਚ ਪਲਣ ਕਾਰਨ ਗੁਰਮਤ ਦੇ ਰਹੱਸ ਨੂੰ ਸਮਝਦੀ ਸੀ, ਉਸਨੇ ਸਪਸ਼ਟ ਕਹਿ ਦਿੱਤਾ ਕਿ ਸਭ ਦਾ ਪਾਲਣਹਾਰ ਪਰਮਾਤਮਾ ਹੈ ਤੇ ਸਭ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ। ਐਸਾ ਜਵਾਬ ਸੁਣ ਕੇ ਕਰੋਧ ਵਿੱਚ ਆਇਆ ਹੰਕਾਰੀ ਰਾਜਾ ਪਿਤਾ ਨੇ ਬੀਬੀ ਰਜਨੀ ਦੀ ਸ਼ਾਦੀ ਇੱਕ ਪਿੰਗਲੇ ਨਾਲ ਕਰ ਦਿੱਤੀ। ਬੀਬੀ ਰਜਨੀ ਬਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਇੱਕ ਟੋਕਰੇ ਵਿੱਚ ਰੱਖ ਸਿਰ ਉੱਪਰ ਚੁੱਕ ਪਿੰਡੋ ਪਿੰਡੀ ਹੁੰਦਿਆਂ ਇਸ ਅਸਥਾਨ ਉੱਪਰ ਪਹੁੰਚੀ। ਬੀਬੀ ਪ੍ਰਸ਼ਾਦੇ ਆਦਿ ਲੈਣ ਲਈ ਟੁੰਗ ਪਿੰਡ ਜਦ ਗਈ ਤਾਂ ਪਿੰਗਲੇ ਪਤੀ ਨੂੰ ਅਦਭੁਤ ਨਜ਼ਾਰਾ ਵੇਖਿਆ ਕਿ ਕਾਲੇ ਕਾਂ ਸਰੋਵਰ ਵਿੱਚ ਟੁੱਬੀ ਲਾ ਕੇ ਹੰਸ ਬਣਦੇ ਜਾ ਰਹੇ ਹਨ। ਇਹ ਤੱਕ ਸਾਹਸ ਕਰਕੇ ਉਸਨੇ ਵੀ ਬੇਰੀ ਦੀਆਂ ਜੜਾਂ ਦੇ ਆਸਰੇ ਨਾਲ ਸਰੋਵਰ ਵਿੱਚ ਟੁੱਬੀ ਲਾਈ। ਗੁਰੂ ਦੀ ਕਿਰਪਾ ਨਾਲ ਉਸ ਦੀ ਦੇਹ ਆਰੋਗ ਹੋ ਗਈ। ਬੀਬੀ ਰਜਨੀ ਨੇ ਵਾਪਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੌਜਵਾਨ ਦਿੱਠਾ, ਉਸਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੌਜਵਾਨ ਨੇ ਉਸਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ। ਜਦ ਇਹ ਮਸਲਾ ਗੁਰਦੁਆਰਾ ਸੰਤੋਖਸਰ ਦੀ ਸੇਵਾ ਕਰਵਾ ਰਹੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤਾਂ ਉਹਨਾਂ ਨੇ ਬੀਬੀ ਦੀ ਸ਼ੰਕਾ ਨਿਵਰਤ ਕਰਦਿਆਂ ਕਿਹਾ ਕਿ ਬੀਬੀ ਤੇਰੀ ਸੇਵਾ ਸ਼ਰਧਾ ਤੇ ਦ੍ਰਿੜਤਾ ਅਤੇ ਇਸ ਅਸਥਾਨ ਦੀ ਸ਼ਕਤੀ ਸਦਕਾ ਤੇਰਾ ਪਿੰਗਲਾ ਪਤੀ ਆਰੋਗ ਹੋ ਗਿਆ ਹੈ। ਗੁਰੂ ਜੀ ਨੇ ਆਪ ਇਸ ਅਸਥਾਨ ਦਾ ਨਾਮ ਦੁੱਖ ਬੰਜਨੀ ਸਾਹਿਬ ਰੱਖਿਆ ਅਤੇ ਇਹ ਫਰਮਾਨ ਕੀਤਾ ਜੋ ਵੀ ਸ਼ਰਧਾਲੂ ਇੱਥੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਦੂਰ ਹੋ ਜਾਣਗੇ।
ਸਾਹਿਬ 68 ਤੀਰਥ। ਇਸ ਅਸਥਾਨ ਉੱਪਰ ਬਿਰਾਜਮਾਨ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਵਾਈ। ਗੁਰੂ ਅਰਜਨ ਦੇਵ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਇਸ ਅਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਵੀ ਕਰਦੇ ਅਤੇ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ ਸਨ। ਸੁਬਾਹ ਸ਼ਾਮ ਦੀਵਾਨ ਵੀ ਇੱਥੇ ਸਜਦਾ ਸੀ। ਗੁਰਬਾਣੀ ਦੀ ਸੰਪਾਦਨਾ ਹਿਤ ਗੋਇੰਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਹੀ ਸਥਾਪਿਤ ਕੀਤੀਆਂ ਗਈਆਂ ਸੀ। ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਨੇ ਵਜ਼ੀਰ ਖਾਨ ਦਾ ਜਲੋਦਰ ਦਾ ਰੋਗ ਬਾਬਾ ਬੁੱਢਾ ਜੀ ਦੁਆਰਾ ਕਾਰ ਸੇਵਾ ਦੀ ਟੋਕਰੀ ਸਟਵਾ ਕੇ ਦੂਰ ਕੀਤਾ ਸੀ। ਇਸ ਅਸਥਾਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਪਏ ਅਤੇ ਇੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ 68 ਤੀਰਥ ਜਾਂ ਸਾਧ ਪਗ ਦਰ ਹੈ ਸ਼ਬਦ ਉਚਾਰਿਆ, ਜਿਸ ਦਾ ਭਾਵ ਹੈ ਕਿ ਇਸ ਅਸਥਾਨ ਉੱਤੇ ਜੋ ਮਹਾਂਪੁਰਖਾਂ ਦੇ ਚਰਨ ਪਏ ਹਨ, ਇਸ ਕਾਰਨ ਇਥੋਂ ਦੇ ਦਰਸ਼ਨ ਕਰਨ ਦਾ ਮਹਾਤਮ 68 ਤੀਰਥ ਭਾਵ 68 ਤੀਰਥਾਂ ਤੋਂ ਵੀ ਵੱਧ ਹੈ। ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਕਰ ਇਸਨਾਨ ਸਿਮਰ ਪ੍ਰਭ ਆਪਣਾ। ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਨ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਦੇ ਨਾਲ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ। 1760 ਈਸਵੀ ਵਿੱਚ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਹ ਬਜ਼ੁਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਵਿੱਚ ਪਕੜ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਦੀ ਪ੍ਰਤਿਗਿਆ ਕਰਕੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਅੱਗੋਂ ਜਹਾਨ ਖਾਨ ਇਹ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਲਵਾੜ ਪਿੰਡ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੇ ਨਾਲ ਮੋਰਚੇ ਮੱਲੀ ਬੈਠਾ ਸੀ। ਆਮੋ ਸਾਹਮਣੇ ਗਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਹੀ ਸਨ ਕਿ ਜਮਾਲ ਖਾਨ ਨਾਲ ਹੋ ਰਹੀ ਹੱਥੋਂ ਹੱਥੀ ਲੜਾਈ ਵਿੱਚ ਉਹਨਾਂ ਦਾ ਸੀਸ ਕਟਿਆ ਗਿਆ। ਪਾਸ ਖੜੇ ਇੱਕ ਸਿੰਘ ਨੇ ਜਦ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਵਾਇਆ ਤਾਂ ਐਸਾ ਕ੍ਰਿਸ਼ਮਾ ਵਾਪਰਿਆ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਿਕਾ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾਂ ਵਿੱਚ ਭਾਜਣਾ ਪੈ ਗਈਆਂ। ਇਸ ਤਰ੍ਹਾਂ ਗਮਸਾਨ ਯੁੱਧ ਕਰਦਿਆਂ ਬਾਬਾ ਜੀ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਭੇਟ ਕੀਤਾ। ਪਰਿਕਰਮਾ ਵਿੱਚ ਸ਼ਹੀਦ ਬੁੰਗੇ ਵਿਖੇ ਇਹ ਗੁਰਦੁਆਰਾ ਬਾਬਾ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਅਤੇ ਗੁਰਧਾਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਦੀ ਪ੍ਰੇਰਨਾ ਸਰੋਤ ਹੈ। जो तो प्रेम खिलन का जाओ सिर पर गली गली मेरी आओ, जो तो प्रेम
सरसरी गली मेरी आओ। जो तो प्रेम खिलने का चाहो, सिर सरसरी गली मेरी आओ। जो तो ਗੁਰਦੁਆਰਾ ਸ਼ਹੀਦਗੰਜ ਬਾਬਾ ਗੁਰਬਖਸ਼ ਸਿੰਘ ਜੀ। ਇਹ ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਸੁਸ਼ੋਭਿਤ ਹੈ। ਬਾਬਾ ਗੁਰਬਖਸ਼ ਸਿੰਘ ਜੀ ਲੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਉਹਨਾਂ ਨੇ ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਸੰਮਤ 1822 ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਰੱਖਿਆ ਲਈ ਅਹਿਮਦ ਸ਼ਾਹ ਦੀ 30,000 ਸੈਨਾ ਨਾਲ ਥੋੜੇ ਸਿੰਘਾਂ ਸਮੇਤ ਟਾਕਰਾ ਕੀਤਾ ਤੇ ਇੱਥੇ ਸ਼ਹੀਦੀ ਪਾਈ। ਗੁਰਦੁਆਰਾ ਲਾਚੀ ਬੇਰ ਸਾਹਿਬ। ਇਹ ਗੁਰਦੁਆਰਾ ਦਰਸ਼ਨੀ ਡਿਓੜੀ ਦੇ ਨਾਲ ਪ੍ਰਕਰਮਾਂ ਵਿੱਚ ਸੁਸ਼ੋਭਿਤ ਹੈ। ਇਸ ਅਸਥਾਨ ਤੇ ਬੈਠ ਕੇ ਬਾਈ ਸ਼ਾਲੋ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਬੇਰ ਹੇਠ ਬਿਰਾਜੇ ਸਨ। ਸ੍ਰੀ ਹਰਮੰਦਰ ਸਾਹਿਬ ਜੀ ਨੂੰ ਬੇਇੱਜ਼ਤ ਕਰਨ ਵਾਲੇ ਮੱਸਾ ਰੰਗੜ ਨੂੰ ਮਾਰਨ ਲਈ ਬੀਕਾਨੇਰ ਤੋਂ ਆਏ ਬਾਈ ਸੁੱਖਾ ਸਿੰਘ ਜੀ ਤੇ ਬਾਈ ਮਹਿਤਾਬ ਸਿੰਘ ਜੀ ਨੇ ਆਪਣੇ ਘੋੜੇ ਇਸ ਬੇਰੀ ਨਾਲ ਬੰਨੇ। ਇਸ ਬੇਰੀ ਨਾਲ ਛੋਟੇ ਛੋਟੇ ਲਾਚੀਆਂ ਵਰਗੇ ਬੇਰ ਲੱਗਦੇ ਸਨ, ਜਿਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਬੇਰੀ ਦਾ ਨਾਂ ਲਾਚੀ ਬੇਰੀ ਰੱਖਿਆ। ਦਰਸ਼ਨੀ ਡਿਓੜੀ। ਸ੍ਰੀ ਅਕਾਲ ਤਖਤ ਦੇ ਸਾਹਮਣੇ 2 ਮੰਜ਼ਲੀ ਇਮਾਰਤ ਹੈ, ਜਿਸ ਦੇ ਦਰਮਿਆਨ ਡਿਓੜੀ ਹੈ, ਜਿੱਥੋਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ 84 ਕਦਮ ਲੰਬਾ ਪੁਲ ਹੈ। ਜੋ ਗੁਰਸਿੱਖ ਪੂਰਨ ਸ਼ਰਧਾ ਭਾਵਨਾ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ, ਗੁਰਬਾਣੀ ਸੁਣ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਹ 84 ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਦਰਸ਼ਨੀ ਦਰਵਾਜ਼ੇ ਦੀ ਵੱਡੀ ਜੋੜੀ ਹਾਥੀ ਦੰਦ ਦੀ ਬਣੀ ਹੈ, ਜਿਸ ਦੇ ਬਾਹਰਲੇ ਪਾਸੇ ਚਾਂਦੀ ਦੇ ਪੱਤਰੇ ਮਹਾਰਾਜਾ ਰਣਜੀਤ ਸਿੰਘ ਨੇ ਲਗਵਾਏ ਸਨ। ਦਰਸ਼ਨੀ ਡਿਓੜੀ ਦੇ ਅੰਦਰਵਾਰ ਇੱਕ ਚੌਬਦਾਰ ਇੱਕ ਚੌਬ ਲੈ ਕੇ ਹਰ ਵੇਲੇ ਖੜਾ ਰਹਿੰਦਾ ਹੈ। ਦਰਸ਼ਨੀ ਡਿਓੜੀ ਦੀ ਉੱਪਰਲੀ ਮੰਜ਼ਲ ਦੇ ਕਮਰਿਆਂ ਵਿੱਚ ਤੋਸ਼ਾ ਖਾਨਾ ਹੈ, ਜਿਸ ਵਿੱਚ ਜਲਾਓ ਦਾ ਸਾਰਾ ਕੀਮਤੀ ਸਮਾਨ ਸੁਰੱਖਿਅਤ ਰੱਖਿਆ ਜਾਂਦਾ ਹੈ। ਦਰਸ਼ਨੀ ਡਿਓੜੀ ਦੇ ਅੰਦਰਵਾਰ ਤੇ ਬਾਹਰਵਾਰ ਚਿੱਤਰਤ ਸੋਨੇ ਦਾ ਸੁੰਦਰ ਕੰਮ ਕੀਤਾ ਹੋਇਆ ਹੈ। ਆਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। निर्मल होए कर इशनाना
ਸ੍ਰੀ ਅਕਾਲ ਤਖਤ ਸਾਹਿਬ। ਸ੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 9 ਜੁਲਾਈ ਸਨ 1609 ਈਸਵੀ ਵਿੱਚ ਕੀਤੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਨਾਮ ਦਾ ਥੜਾ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸਾਰਿਆ ਸੀ, ਹੁਣ ਤੱਕ ਆਪਣੇ ਪਹਿਲੇ ਰੂਪ ਵਿੱਚ ਕਾਇਮ ਹੈ। ਗੁਰੂ ਜੀ ਸ਼ਹਿਨਸ਼ਾਹ ਵਰਗੇ ਸਿੰਘਾਸਨ ਤੇ ਬੈਠ ਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ, ਜਿਗਾ ਤੇ ਕਲਗੀ ਸਜਾ, ਹੱਥ ਵਿੱਚ ਤੀਰ ਪਕੜ ਕੇ ਸੰਗਤਾਂ ਨੂੰ ਦਰਸ਼ਨ ਬਖਸ਼ਦੇ, ਫਰਿਆਦੀਆਂ ਦੀਆਂ ਫਰਿਆਦਾਂ ਸੁਣ ਕੇ ਉਹਨਾਂ ਦੇ ਕਸ਼ਟ ਨਿਵਾਰਦੇ ਤੇ ਹੁਕਮਨਾਮੇ ਜਾਰੀ ਕਰਦੇ ਸਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖੀ ਲਹਿਰ ਦੀ ਰੂਪਰੇਖਾ ਹੀ ਬਦਲ ਦਿੱਤੀ। ਉਹਨਾਂ ਨੇ ਬਦਲਦੇ ਹਾਲਾਤ ਅਨੁਸਾਰ ਸ਼ਸਤਰ ਧਾਰਨ ਕਰਨੇ ਜ਼ਰੂਰੀ ਸਮਝੇ ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ, ਜੋ ਕਿ ਭਗਤੀ ਤੇ ਸ਼ਕਤੀ ਦੀਆਂ ਪ੍ਰਤੀਕ ਹਨ। ਗੁਰੂ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਰੱਖਿਆ ਲਈ ਕਿਲ੍ਹਾ ਲੋਹਗੜ੍ਹ ਬਣਾਇਆ। ਗੁਰੂ ਜੀ ਨੇ ਹੁਕਮ ਕੀਤਾ ਕਿ ਹਰ ਇੱਕ ਸਿੱਖ ਸ਼ਸਤਰਧਾਰੀ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਤੇ ਡਾਡੀਆਂ ਨੂੰ ਬੁਲਾ ਕੇ ਵੀਰ ਰਸੀ ਵਾਰਾਂ ਗਾਈਆਂ ਜਾਣ ਲੱਗੀਆਂ। ਜਿੱਥੇ ਸ੍ਰੀ ਹਰਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ। ਗੁਰੂ ਜੀ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ। ਤਾਂ ਹੀ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰਬਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਬੁੱਧਵਾਰ ਤੇ ਐਤਵਾਰ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੈ ਅਤੇ ਹਰ ਰੋਜ਼ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੁਰੂ ਸਾਹਿਬਾਨ ਤੇ ਸਿੱਖ ਯੋਧਿਆਂ ਦੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਆਓ ਹੁਣ ਗੁਰੂ ਸਾਹਿਬਾਨ ਤੇ ਪ੍ਰਾਚੀਨ ਸਿੱਖ ਯੋਧਿਆਂ ਦੇ ਸ਼ਸਤਰਾਂ ਦੇ ਦਰਸ਼ਨ ਕਰੀਏ। ਅਕਾਲ ਤਖਤ ਦੀ ਸਾਜਨਾ ਕੀਤੀ ਅਤੇ ਸੰਗਤਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ। ਇਹ ਸ੍ਰੀ ਸਾਹਿਬ ਪੰਥ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ। ਇਹ ਸ੍ਰੀ ਸਾਹਿਬ ਗੁਰੂ ਹਰਗੋਬਿੰਦ ਦਰਬਾਰ ਸਾਹਿਬ ਬਾਬਾ ਜੀ ਸਾਹਿਬ ਬਾਬਾ ਬੁੱਢਾ ਜੀ ਦਾ ਹੈ। ਬਾਬਾ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਦਾ ਗੁਰੂ ਘਰ ਦੀ ਬੇਅੰਤ ਸੇਵਾ ਤੇ ਰੱਜ ਕੇ ਦਰਸ਼ਨ ਦਿਦਾਰੇ ਕੀਤੇ। ਇਹ ਸ੍ਰੀ ਸਾਹਿਬ ਭਾਈ ਜੇਠਾ ਜੀ ਬਹਾਦਰ ਦਾ ਹੈ। ਭਾਈ ਸਾਹਿਬ ਜੀ 6ਵੇਂ ਪਾਤਸ਼ਾਹ ਦੀ ਪਵਿੱਤਰ ਰਾਜਹੁਰੀ ਵਿੱਚ ਚੌਰ ਦੀ ਸੇਵਾ ਕਰਿਆ ਕਰਦੇ ਸਨ। ਯੋਧਿਆਂ ਚੋਂ ਬੜੇ ਵੱਡੇ ਯੋਧੇ ਸਨ। ਇਹ ਸ੍ਰੀ ਸਾਹਿਬ ਭਾਈ ਬਲੀ ਚੰਦ ਜੀ ਬਹਾਦਰ ਦਾ ਹੈ। ਭਾਈ ਸਾਹਿਬ ਨੇ ਮੁਗਲਿਆ ਹਕੂਮਤ ਦੇ ਹੁੰਦਿਆਂ ਹੋਇਆਂ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ 2 ਘੋੜੇ ਲਿਆਂਦੇ ਸਨ, ਜਿਨ੍ਹਾਂ ਦੇ ਨਾਮ ਦਿਲਬਾਗ ਤੇ ਗੁਲਬਾਗ ਸੀ।
ਹੋਰ ਪੱਟੀ ਦੇ ਪਠਾਣਾ ਪਾਸੋਂ ਖੋਏ ਹੋਏ ਤਸਾਲੇ ਵਾਸ ਆਉਂਦੇ ਸਨ, ਜੋ ਕਿ ਗੁਰੂ ਘਰ ਵਾਲੀਆਂ ਸੰਗਤਾਂ ਪਾਸੋਂ ਰਸਤੇ ਖੋਏ ਗਏ ਸਨ। ਭਾਈ ਸਾਹਿਬ ਦੀਆਂ ਹੋਰ ਬੇਅੰਤ ਬਹਾਦਰੀਆਂ ਹਨ। ਇਹ ਸ੍ਰੀ ਸਾਹਿਬ ਭਾਈ ਸਾਹਿਬ ਭਾਈ ਕਰਮ ਸਿੰਘ ਜੀ ਸ਼ਹੀਦ ਦਾ ਹੈ। ਭਾਈ ਸਾਹਿਬ ਜੀ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜਥੇ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਹ ਸ੍ਰੀ ਸਾਹਿਬ ਭਾਈ ਉਦੈ ਸਿੰਘ ਜੀ ਬਹਾਦਰ ਦਾ ਹੈ। ਭਾਈ ਸਾਹਿਬ ਨੇ ਦਸਮ ਪਾਤਸ਼ਾਹ ਦਾ ਹੁਕਮ ਮੰਨ ਕੇ ਥੋੜੇ ਸਿੰਘਾਂ ਸਮੇਤ ਸਰਸਾ ਨਦੀ ਨੇ ਬਹੁਤ ਭਾਰੀ ਜੰਗ ਕੀਤਾ, ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ, ਆਪ ਜੀ ਸ਼ਹੀਦੀ ਪ੍ਰਾਪਤ ਕੀਤੀ। ਇਹ ਦੋ ਤਾਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਹੈ। ਬਾਬਾ ਜੀ ਦਾ ਸ਼ਹੀਦਗੰਜ ਚਾਟੀਵਿੰਡ ਦਰਵਾਜ਼ੇ ਪਾਸ ਬਣਿਆ ਹੋਇਆ ਹੈ। ਇਹ ਦੋ ਤਾਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਨੌ ਸਿੰਘ ਜੀ ਸ਼ਹੀਦ ਦਾ ਹੈ। ਬਾਬਾ ਜੀ ਦਾ ਸ਼ਹੀਦਗੰਜ ਸ੍ਰੀ ਤਰਨਤਾਰਨ ਵਾਲੀ ਸੜਕ ਪਿੰਡ ਚੱਬੇ ਦੇ ਪਾਸ ਬਣਿਆ ਹੋਇਆ ਹੈ। ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਦੇ ਜਥੇ ਦੇ ਮੀਤ ਜਥੇਦਾਰ ਹੋਇਆ ਕਰਦੇ ਸਨ। ਇਹ ਦੋ ਤਾਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਹੈ। ਬਾਬਾ ਜੀ ਦਾ ਸ਼ਹੀਦਗੰਜ ਸ੍ਰੀ ਅਕਾਲ ਤਖਤ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਬਾਬਾ ਜੀ ਸਾਹਿਬ ਅਹਿਮਦ ਸਾਹਿਬ ਦਾਲੀ ਦੀ 30,000 ਫੌਜ ਦਾ ਟਾਕਰਾ ਕਰਦੇ ਉੱਥੇ ਸ਼ਹੀਦ ਹੋਏ। ਇਹ ਖੰਡਾ ਜਥੇਦਾਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਸ਼ਹੀਦ ਦਾ ਹੈ। ਇਹ ਤੇਗਾ ਵੀ ਜਥੇਦਾਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਸ਼ਹੀਦ ਦਾ ਹੈ। ਇਹ ਤੇਗਾ ਜੀ ਦਾ ਦੂਸਰਾ ਨਾਮ ਖੜਗ ਹੈ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਬਹਾਦਰ ਦਾ ਹੈ। ਭਾਈ ਸਾਹਿਬ ਨੇ ਦਸਮ ਪਾਤਸ਼ਾਹ ਦਾ ਹੁਕਮ ਮੰਨ ਕੇ ਉਸ ਮਸਤਾਤੀ ਦਾ ਡਟ ਕੇ ਮੁਕਾਬਲਾ ਕੀਤਾ, ਜੋ 22 ਤਾਰ ਦੇ ਪਹਾੜੀ ਰਾਜਿਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਕਿਲ੍ਹਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਵਾਸਤੇ ਛੱਡਿਆ ਗਿਆ ਸੀ। ਜਦ ਭਾਈ ਸਾਹਿਬ ਮਸਤਾਤੀ ਨੂੰ ਭਜਾ ਕੇ ਵਾਪਸ ਆਏ, ਸਤਿਗੁਰੂ ਨੇ ਖੁਸ਼ ਹੋ ਕੇ ਤੇਗਾ ਨਾਂ ਵਜੋਂ ਬਖਸ਼ਿਸ਼ ਕੀਤਾ ਸੀ। ਇਹਦਾ ਵਜਨ 4 ਸਿਰ ਪੱਕਾ ਹੈ। ਇਹ ਗੁਰਜ ਮੀਰੀ ਪੀਰ ਦੇ ਮਾਲਕ ਸਹਿਜ ਸ੍ਰੀ ਹਰਗੋਬਿੰਦ ਸਾਹਿਬ ਦਾ ਹੈ। ਇਹ ਸਾਰੀਆਂ ਹੀ ਧਾਂਤਾਂ ਦਾ ਮਿਲ ਕੇ ਬਣਿਆ, ਇਹਦਾ ਵਜਨ 16 ਸਿਰ ਕੱਚਾ ਹੈ। ਇਹ ਸੁਨਹਿਰੀ ਦਸਤੇ ਵਾਲਾ ਸਫਾ ਜੰਗ ਮੀਰੀ ਪੀਰ ਦੇ ਮਾਲਕ ਸਹਿਜ ਸ੍ਰੀ ਹਰਗੋਬਿੰਦ ਸਾਹਿਬ ਦਾ ਹੈ। ਇਹਦੇ ਅੰਦਰ ਗੁਪਤ ਸ਼ਸਤਰ ਬਹੁਤ ਤੇਜ਼ ਔਰ ਤਿੱਖਾ ਮਾਰ ਕਰਨ ਵਾਲਾ ਹੈ। ਗੁਪਤ ਰਹਿਣ ਦੇ ਕਾਰਨ ਇਹਦਾ ਨਾਮ ਹੀ ਗੁਪਤਾ ਹੈ। ਇਹ ਕਟਾਰ ਮੀਰੀ ਪੀਰੀ ਦੇ ਮਾਲਕ ਸਹਿਜ ਸ੍ਰੀ ਹਰਗੋਬਿੰਦ ਸਾਹਿਬ ਦਾ ਹੈ। ਇਹ ਸ਼ਸਤਰ ਉਹ ਟਾਈਮ ਤੇ ਕੰਮ ਦਾ ਜਦ ਕਿ ਦੁਸ਼ਮਣ ਨੇੜੇ ਹੋਵੇ ਜਾਂ ਸ਼ੇਰ ਦਾ ਸ਼ਿਕਾਰ ਖੇਡਣਾ ਹੋਵੇ। ਸਤਿਗੁਰੂ ਇਹਨਾਂ ਸ਼ੇਰ ਦਾ ਸ਼ਿਕਾਰ ਖੇਡਿਆ ਕਰਦੇ ਸਨ। ਇਹ ਸੁਨਹਿਰੀ ਦਸਤੇ ਵਾਲਾ ਕਟਾਰ ਪੰਥ ਵਾਲੀ ਸਹਿਜ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ। ਇਹ ਕਟਾਰ ਦਸਮ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਬਹਾਦਰ ਦਾ ਹੈ। ਇਹ ਕਟਾਰ ਉਹਨਾਂ ਤੋਂ ਛੋਟੇ ਸਾਹਿਬਜ਼ਾਦੇ ਸਾਹਿਬ ਜੁਝਾਰ ਸਿੰਘ ਜੀ ਬਹਾਦਰ ਦਾ ਹੈ। ਇਹਨਾਂ ਦੋਨਾਂ ਸੂਰਬੀਰ ਬਹਾਦਰਾਂ ਛੋਟੀ ਅਵਸਥਾ ਚ ਹੁੰਦਿਆਂ ਹੋਇਆਂ ਚਮਕੌਰ ਸਾਹਿਬ ਦੇ ਮੈਦਾਨ ਅੰਦਰ ਬਹੁਤ ਭਾਰੀ ਜੰਗ ਕੀਤਾ, ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ, ਜੀ ਸ਼ਹੀਦੀ ਪ੍ਰਾਪਤ ਕੀਤੀ। ਇਹ ਕਟਾਰ ਜਥੇਦਾਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਸ਼ਹੀਦ ਦਾ ਹੈ। ਇਹ ਛੋਟਾ ਕਿਰਪਾਨ ਮੀਰੀ ਪੀਰ ਦੇ ਮਾਲਕ ਸਹਿਜ ਸ੍ਰੀ ਹਰਗੋਬਿੰਦ ਸਾਹਿਬ ਦਾ ਹੈ। ਸਤਿਗੁਰੂ ਜੀ ਇਸ ਨੂੰ ਹਮੇਸ਼ਾ ਕਮਰ ਕੱਸੇ ਧਾਰਨ ਕਰਿਆ ਕਰਦੇ ਸਨ। ਇਹ ਸ਼ਸਤਰ ਦਾ ਨਾਮ ਪੇਸ਼ ਕਵਚ ਹੈ। ਮੀਰੀ ਪੀਰ ਦੇ ਮਾਲਕ ਸਹਿਜ ਸ੍ਰੀ ਹਰਗੋਬਿੰਦ ਸਾਹਿਬ ਦਾ ਹੈ। ਇਹ ਸ਼ਸਤਰ ਉਹ ਟਾਈਮ ਤੇ ਕੰਮ ਆਉਂਦਾ ਹੈ ਜਦ ਕਿ ਦੁਸ਼ਮਣ ਦੇ ਸੰਜੋ ਪੈਂਦੀ ਹੋਵੇ। ਸੰਜੋ ਲੋਹੇ ਦੀਆਂ ਬਰੀਕ ਤਾਰਾਂ ਦੀ ਬਣੀ ਹੁੰਦੀ ਹੈ, ਉਸ ਉੱਤੇ ਤਲਵਾਰ ਦਾ ਵਾਰ ਕੱਟ ਨਹੀਂ ਕਰਦਾ। ਇਹਦਾ ਪੁਆਇੰਟ ਮਾਰਿਆ ਹੋਇਆ ਬਰੀਕ ਤਾਰਾਂ ਨੂੰ ਤੋੜਦਾ, ਬਹੁਤ ਤੇਜ਼ ਔਰ ਤਿੱਖਾ ਮਾਰ ਕਰਨ ਵਾਲਾ ਸ਼ਸਤਰ ਹੈ। ਉਸ ਹੀ ਨਮੂਨੇ ਦਾ ਪੇਸ਼ ਕੁਝ ਬਾਬਾ ਜੀ ਸਾਹਿਬ ਬਾਬਾ ਅਜੀਤ ਸਿੰਘ ਜੀ ਸ਼ਹੀਦ ਦਾ ਹੈ। ਇਹ ਛੋਟਾ ਸ਼ਸਤਰ ਬਾਬਾ ਜੀ ਸਾਹਿਬ ਬਾਬਾ ਅਜੀਤ ਸਿੰਘ ਜੀ ਸ਼ਹੀਦ ਦਾ ਹੈ। ਇਹ ਪਿਸਤੌਲ ਬਾਬਾ ਜੀ ਸਾਹਿਬ ਬਾਬਾ ਅਜੀਤ ਸਿੰਘ ਜੀ ਸ਼ਹੀਦ ਦਾ ਹੈ। ਇਹ ਉਸ ਹੀ ਨਮੂਨੇ ਦਾ ਪਿਸਤੌਲ ਬਾਬਾ ਜੀ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਹੈ। ਇਹ ਦੋਨੋਂ ਪੁਰਾਣੇ ਇੱਕੇ ਨਮੂਨੇ ਦੇ ਬਣੇ ਹਨ। ਗੋਲੀ ਅੱਗੋਂ ਦੀ ਪੈਂਦੀ ਚੱਲਦੇ ਟਰੈਗਰ ਨਾਲ ਹਨ। ਸਾਰੀ ਸੰਗਤ ਕਰੋ ਰਸਨਾ ਪੁੱਤ ਰੱਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੀਰਾਂ ਦਾ ਜੋੜਾ
ਪੰਥ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ। ਸਤਿਗੁਰਾਂ ਦੇ ਹਰ ਇੱਕ ਤੀਰ ਦੇ ਨਾਲ ਇੱਕ ਇੱਕ ਤੋਲਾ ਸੋਨੇ ਦਾ ਲੱਗਾ ਹੋਇਆ ਕਰਦਾ ਸੀ। ਸੋਨਾ ਲਾਉਣ ਦਾ ਭਾਗ ਸਤਿਗੁਰਾਂ ਦਾ ਕਿਸੇ ਜਾਤ ਨਾਲ ਵੈਰ ਨਹੀਂ ਸੀ, ਬਲਕਿ ਜ਼ੁਲਮ ਨਾਲ ਟੱਕਰਾ ਕਰਿਆ ਕਰਦੇ ਸਨ। ਸਤਿਗੁਰਾਂ ਦੀ ਕਮਾਨ ਵਿੱਚੋਂ ਛੱਡਿਆ ਹੋਇਆ ਕੋਈ ਵੀ ਤੀਰ ਕਦੇ ਵੀ ਖਾਲੀ ਨਹੀਂ ਸੀ ਜਾਂਦਾ, ਜਾਂ ਦੁਸ਼ਮਣ ਨੂੰ ਮਾਰ ਜਾਂਦਾ ਸੀ ਜਾਂ ਜ਼ਖਮੀ ਕਰ ਜਾਂਦਾ ਸੀ। ਜ਼ਖਮੀ ਵਾਸਤੇ ਸੋਨਾ ਮਲਮ ਪੱਟੀਆ ਕੰਮ ਦਿੰਦਾ ਸੀ, ਜੋ ਚਲਾਣਾ ਕਰਦੇ ਉਸੇ ਖੱਪੜ ਵਜੋਂ ਕੰਮ ਆਇਆ ਕਰਦਾ ਸੀ। ਇਹ ਛੋਟਾ ਖੰਡਾ ਬਾਬਾ ਜੀ ਸਾਹਿਬ ਬਾਬਾ ਜੀ ਸਿੰਘ ਸ਼ਹੀਦ ਦੇ ਦਮਾਲੇ ਸਜਾਉਣ ਵਾਲਾ ਹੈ। ਹੁਣ ਜਿੰਨੇ ਵੀ ਸ਼ਸਤਰ ਹੋਣਗੇ ਬਾਬਾ ਜੀ ਆਉਣਗੇ। ਇਹ ਛੋਟੇ 3 ਖੰਡੇ ਅਤੇ ਇੱਕ ਛੋਟੀ ਕਿਰਪਾਨ ਬਾਬਾ ਜੀ ਦੇ ਦਮਾਲੇ ਸਜਾਉਣ ਵਾਲੇ ਹਨ। ਬਾਬਾ ਜੀ ਦਾ ਸਾਰਾ ਕਮਰ ਕੱਸਾ ਸਵਾ ਮਣ ਕੱਚੇ ਦਾ ਹੋਇਆ ਕਰਦਾ ਸੀ। ਇਹ ਛੋਟੇ 4 ਚੱਕਰ ਬਾਬਾ ਜੀ ਦੇ ਦਮਾਲੇ ਸਜਾਉਣ ਵਾਲੇ ਹਨ। ਇਹਨਾਂ ਵਿੱਚੋਂ ਵੱਡੇ ਚੱਕਰ ਉੱਪਰ ਦੋਹੇ ਪਾਸੇ ਸਤਿਗੁਰਾਂ ਦੀ ਅਕਾਲੀ ਬਾਣੀ ਲਿਖੀ ਹੋਈ ਹੈ। ਇੱਕ ਹੈ ਛੋਟੇ ਚੱਕਰ ਤੇ ਇੱਕ ਪਾਸੇ ਮੂਲ ਮੰਤਰ ਦਾ ਪਾਠ, ਦੂਸਰੇ ਪਾਸੇ ਦਸਾਂ ਹੀ ਪਾਤਸ਼ਾਹਾਂ ਦੇ ਨਾਮ ਲਿਖੇ ਹਨ। ਇਹ ਤੋਂ ਇਹ ਸਬੂਤ ਹੈ ਕਿ ਪ੍ਰਾਤਨ ਗੁਰਸਿੱਖਾਂ ਦਾ ਗੁਰਬਾਣੀ ਅਤੇ ਸ਼ਸਤਰਾਂ ਨਾਲ ਬੇਅੰਤ ਪਿਆਰ ਹੋਇਆ ਕਰਦਾ ਸੀ। ਇਹ ਵੱਡਾ ਚੱਕਰ ਬਾਬਾ ਜੀ ਦੇ ਗਲੇ ਸਜਾਉਣ ਵਾਲਾ ਹੈ। ਗਲੇ ਸਜਾਇਆ ਹੋਇਆ ਤਲਵਾਰ ਦਾ ਬਾਰ ਉਹਦਾ ਜੰਗ ਚਲਾਉਂਦੇ ਕੰਮ ਆਉਂਦਾ ਹੈ। ਇਹ ਗਿਣਤੀ ਦੇ 10 ਚੱਕਰ ਬਾਬਾ ਜੀ ਦੇ ਦਮਾਲੇ ਸਜਾਉਣ ਵਾਲੇ ਹਨ ਅਤੇ ਜੰਗ ਚਲਾਉਂਦੇ ਕੰਮ ਆਇਆ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ 2 ਨਿਸ਼ਾਨ ਸਾਹਿਬ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਦੋਨੋਂ ਨਿਸ਼ਾਨ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੀਰੀ ਤੇ ਪੀਰੀ ਦੇ ਚਿੰਨ੍ਹ ਹਨ। ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ 9ਵੀਂ ਗੁਰਗੱਦੀ ਤੇ ਬਿਰਾਜਮਾਨ ਹੋਣ ਪਿੱਛੋਂ ਹਿੰਦ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਤੇ ਇਸ ਬੇਰੀ ਹੇਠ ਸੁਭਾਏਮਾਨ ਹੋਏ। ਸ੍ਰੀ ਦਰਬਾਰ ਸਾਹਿਬ ਜੀ ਅੰਦਰ ਉਸ ਵੇਲੇ ਧੀਰ ਮਲੀਆਂ ਦਾ ਪੈਰਾ ਸੀ। ਉਹ ਸਤਿਗੁਰ ਜੀ ਦਾ ਆਉਣਾ ਸੁਣ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰਕੇ ਚਲੇ ਗਏ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਬਾਹਰੋਂ ਹੀ ਮੱਥਾ ਟੇਕ ਕੇ ਪਿੰਡ ਵੱਲੇ ਨੂੰ ਪਧਾਰ ਗਏ। ਜਿਸ ਥੜੇ ਉੱਤੇ ਹਜੂਰ ਪਾਤਸ਼ਾਹ ਬੈਠੇ ਸਨ, ਉਹ ਥੜਾ ਗੁਰੂ ਜੀ ਦੀ ਪਾਵਨ ਛੋਹ ਕਰਕੇ ਥੜਾ ਸਾਹਿਬ ਹੋ ਗਿਆ। ਉਸ ਥੜੇ ਸਾਹਿਬ ਦੇ ਦਰਸ਼ਨ ਹੇਠਾਂ ਬੋਰਾ ਸਾਹਿਬ ਵਿੱਚ ਕਰੋ ਤੇ ਪ੍ਰੇਮ ਨਾਲ ਪੜੋ। ਤੇਗ ਬਹਾਦਰ ਸਿਮਰੇ ਕਰਨੋ ਨਿਦ ਆਵੇ ਤਾਈ, ਕਰਨੋ ਨਿਦ ਆਵੇ ਤਾਈ, ਕਰਨੋ ਨਿਦ ਆਵੇ ਤਾਈ। ਤੇਗ ਬਹਾਦਰ ਸਿਮਰੇ ਕਰਨੋ ਨਿਦ ਆਵੇ ਤਾਈ, ਕਰਨੋ ਨਿਦ ਆਵੇ ਤਾਈ, ਕਰਨੋ ਨਿਦ ਆਵੇ ਤਾਈ। ਬੇਰ ਬਾਬਾ ਬੁੱਢਾ ਸਾਹਿਬ। ਇਸ ਬੇਰ ਹੇਠ ਗੁਰੂ ਘਰ ਦੇ ਅਨਿਨ ਭਗਤ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਵਾਇਆ ਕਰਦੇ ਸਨ। ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੰਗਾ ਰੰਧਾਵਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ 7 ਕੱਤਕ 1563 ਨੂੰ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਨਾਮ ਬੂੜਾ ਰੱਖਿਆ ਗਿਆ। 1575 ਵਿੱਚ ਜਗਤ ਕਲਿਆਣ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਦਾਸ ਦੀ ਜੂ ਵਿੱਚ ਆਏ। ਤਦ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਵਿਵੇਕ ਵਿਰਾਗ ਦੀਆਂ ਗੱਲਾਂ ਕੀਤੀਆਂ। ਸਤਿਗੁਰੂ ਨੇ ਫਰਮਾਇਆ ਕਿ ਤੁਸੀਂ ਉਮਰ ਛੋਟੀ ਦੇ ਹੋ ਪਰ ਸਮਝ ਕਰਕੇ ਬੁੱਢਾ ਹੋ। ਉਸ ਦਿਨ ਤੋਂ ਨਾਮ ਬੁੱਢਾ ਪ੍ਰਸਿੱਧ ਹੋਇਆ। ਸੰਮਤ 1661 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ
ਸ੍ਰੀ ਹਰਮੰਦਰ ਸਾਹਿਬ ਪਹਿਲੀ ਵੇਰ ਪ੍ਰਕਾਸ਼ ਹੋਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਆਪ ਜੀ ਨੇ ਹੀ ਹੱਥੀ ਸਤਿਗੁਰਾਂ ਨੂੰ ਗੁਰਗੱਦੀ ਬਿਰਾਜਮਾਨ ਸਮੇਂ ਤਿਲਕ ਮਿਲਦਾ ਰਿਹਾ। ਬਚਪਨ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ਤੇ ਸ਼ਸਤਰ ਵਿਦਿਆ ਦੀ ਸਿਖਲਾਈ ਵੀ ਬਾਬਾ ਬੁੱਢਾ ਜੀ ਨੇ ਦਿੱਤੀ ਸੀ। ਜਦ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਤਾਂ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਵਿੱਚ ਸ਼ਬਦ ਚੌਂਕੀ ਦੀ ਰੀਤ ਚਲਾਈ। ਬਾਬਾ ਜੀ ਵੱਲੋਂ ਆਰੰਭ ਕੀਤੀ ਇਸ ਚੌਂਕੀ ਦੀ ਰੀਤ ਹੁਣ ਤੱਕ ਉਸੇ ਤਰ੍ਹਾਂ ਚੱਲ ਰਹੀ ਹੈ। ਇਸ ਚੌਂਕੀ ਤੋਂ ਪ੍ਰਭਾਵਿਤ ਹੋ ਕੇ ਗੁਰੂਗੜ੍ਹ ਦੇ ਪ੍ਰੇਮੀਆਂ ਨੇ ਕੁਝ ਹੋਰ ਚੌਂਕੀਆਂ ਆਰੰਭ ਕਰ ਲਈਆਂ ਹਨ। 14 ਮੱਘਰ 1688 ਨੂੰ ਪਿੰਡ ਰਮਦਾਸ ਵਿਖੇ ਆਪ ਨੇ ਚੜ੍ਹਾਈ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੀ ਮ੍ਰਿਤਕ ਦੇਹ ਦਾ ਆਪਣੀ ਹੱਥੀ ਸੰਸਕਾਰ ਕੀਤਾ। सतगुर की सेवा सफल है जे को करे चित लाए। सतगुर की सेवा सफल है जे को करे चित लाए। सतगुर की सेवा मन चिंदिया फल पावना हम विचों जाए। मन चिंदिया फल पावना हम सतगुर की सेवा सफल है जे को करे चित लाए। सतगुर की सेवा। ਸਿੱਖ ਅਜਾਇਬ ਘਰ। ਸਿੱਖ ਅਜਾਇਬ ਘਰ ਵਿੱਚ ਮਹਾਨ ਸਿੰਘਾਂ, ਯੋਧਿਆਂ ਤੇ ਸ਼ਹੀਦਾਂ ਦੇ ਚਿੱਤਰਾਂ ਦੇ ਦਰਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਪੁਰਾਤਨ ਸ਼ਸਤਰ ਤੇ ਹੱਥ ਲਿਖਤ ਗ੍ਰੰਥਾਂ ਤੇ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ, ਸਿੱਖ ਅਜਾਇਬ ਘਰ ਵਿੱਚ ਵੇਖਣ ਨੂੰ ਮਿਲਦੀਆਂ ਹਨ। ਲੰਗਰ ਸ੍ਰੀ ਗੁਰੂ ਰਾਮਦਾਸ ਜੀ। ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਖੁੱਲ੍ਹੀ, ਵੱਡੇ ਆਕਾਰ ਵਾਲੀ ਤੇ ਆਧੁਨਿਕ ਸਮੇਂ ਦੀਆਂ ਸਾਰੀਆਂ ਸਹੂਲਤਾਂ ਵਾਲੀ ਬਣਾਈ ਗਈ ਹੈ। ਤਹਿਖਾਨੇ ਸਮੇਤ ਇਸ ਦੀਆਂ 5 ਮੰਜ਼ਲਾਂ ਹਨ। ਲੰਗਰ ਸਾਹਿਬ ਜੀ ਦੀ ਇਮਾਰਤ ਦੇ ਨਾਲ ਇੱਕ ਵੱਖਰੀ ਇਮਾਰਤ ਵਿੱਚ ਦਾਲਾਂ, ਬਾਜੀਆਂ, ਰਿੰਨਣ ਤੇ ਪ੍ਰਸ਼ਾਦੇ ਪਕਾਉਣ ਦਾ ਪ੍ਰਬੰਧ ਹੈ ਅਤੇ ਨਾਲ ਹੀ ਰਾਸ਼ਨ ਭੰਡਾਰ ਹੈ। ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਇੱਥੇ ਬਿਨਾਂ ਕਿਸੇ ਜਾਤ ਭੇਦ-ਭਾਵ ਦੇ ਲੰਗਰ ਛਕਾਇਆ ਜਾਂਦਾ ਹੈ। ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਾਰੰਭ ਕੀਤੀ ਸੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਹੁਕਮ ਕੀਤਾ ਸੀ। ਇਹ ਪ੍ਰਥਾ ਉਦੋਂ ਤੋਂ ਹੁਣ ਤੱਕ ਚੱਲੀ ਆ ਰਹੀ ਹੈ। ਇਸ ਇਮਾਰਤ ਦੀ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਨੇ ਕਰਵਾਈ ਸੀ। ਲੰਗਰ ਦੌਲਤ ਵੰਡੀਏ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਪਿਆਲੀ, ਰਸ ਅੰਮ੍ਰਿਤ ਖੀਰ
रामदास निवास। श्री गुरु रामदास निवास दी 3 मंजिली इमारत दे कुल 384 कमरे हन। इत्थे देश विदेश तो आए यात्रुओं नूं रहण लई बिना किराए दे कमरे मिलदे हन। इस दे नाल ही 2 होर इमारतां अकाल रेस्ट हाउस ते गुरु नानक निवास विच भी यात्रुओं दे रहण दा प्रबंध है। गुरुद्वारा मंजी साहिब दीवान हाल। जदों श्री हरमंदर साहिब दी कार सेवा हो रही सी तां पंचम पातशाह श्री गुरु अर्जन देव जी इस अस्थान ते दीवान सजाया करदे सन। शाम वेले इत्थे हर रोज मेला लगया रहिंदा सी। थां थां ते साधु संत गुणी पंडित ते महात्मा कथा कीर्तन ते उपदेश करदे सन। हुण इस जगह ते बहुत वड्डा दीवान हाल उसारिया गया है। इत्थे वड्डे जोड़ मेलियां, कानफ्रेंसां, सम्मेलनां ते मोर्चियां समय बाहरी दीवान सजदे हन। इत्थे हर रोज श्री हरमंदर साहिब जी तो अमृत वेले आए पहले मुखवाक दी कथा हुंदी है। गुरुद्वारा मंजी साहिब वाली जगह ते पंचम पातशाह श्री गुरु अर्जन देव जी महाराज ने 12 माह माज बाणी दा उचारण कीता सी। 12 महा माज महला पंजवा घर चौथा। एक ओंकार सतगुर प्रसाद कीर्त कर्म के विछड़े कर कृपा देलो राम। 4 कुंट हैं जिस भ्रमे थक आए प्रभु की शाम। भेन दुधे के बाहरी किते ना आवे काम। जल बिन साप मुलावती उपजै नाही दा। बूंगे। ਇਹ ਜੋ 2 ਬੁੰਗਿਆਂ ਦੇ ਦਰਸ਼ਨ ਤੁਸੀਂ ਕਰ ਰਹੇ ਹੋ, ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਵੱਲੋਂ ਤਿਆਰ ਕਰਵਾਏ ਗਏ ਸਨ। ਪੁਰਾਤਨ ਸਮੇਂ ਵਿੱਚ ਬੁੰਗਿਆਂ ਅੰਦਰ ਸ਼ਸਤਰ ਵਿਦਿਆ, ਕੀਰਤਨ ਵਿਦਿਆ ਤੇ ਲੰਗਰ ਆਦਿ ਦਾ ਪ੍ਰਬੰਧ ਹੁੰਦਾ ਸੀ। ਦੀਪਮਾਲਾ। ਅੱਜ ਸ੍ਰੀ ਹਰਮੰਦਰ ਸਾਹਿਬ ਵਿੱਚ ਜੁਗੋ ਜੁਗ ਅਟਲ श्री गुरु ग्रंथ साहिब जी के पहले प्रकाश उत्सव के मौके ते दीपमाला की गई है। दीपमाला वाले दिन रहरास साहिब जी के पाठ तो बाद रंग बिरंगी आतिशबाजी चलाई जाती है अते सारी परिक्रमा में छोटे छोटे दीवे जगाए जाते हैं। श्री हरमंदर साहिब जी अते आस पास के सारे भवनों उपर दीपमाला की जाती है। दीपमाला इन्हां दिनां उत्ते कीती जांदी है। अवतार दिवस श्री गुरु नानक देव जी, अवतार दिवस श्री गुरु रामदास जी, गुरता गद्दी श्री गुरु हरगोबिंद साहिब जी, अवतार दिवस श्री गुरु तेग बहादुर जी, अवतार दिवस श्री गुरु गोबिंद सिंह जी, दिवाली, विसाखी अते अज दे दिहाड़े भाव पहले प्रकाश उत्सव के मौके ते दीपमाला की जाती है। अमृत सारी विच जोत जगावे। अमृत सारी विच जोत जगावे। अमृत सारी जोत जगावे। अमृत सार विच
कथा सोटी पातशाह रामदास सतगुरु कहावे रामदास सतगुरु कहावे अमृत सारी ज्योत जगावे अमृत सारा विच ज्योत जगावे अमृत सारा विच ज्योत जगावे ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀ ਆਖੀਐ ਕਰਦੇ ਕਾ ਹੋਏ ਵਿਚਾਰ ਇਸ ਕਾ ਕਾਲ ਹੋ ਸੋਣੇ ਦਾ ਸਿਵਰੇ ਹੋ ਸਿਰਜਣ ਹਾਰ ਹੁੰਗਾ ਕੋ ਮੇਰੇ ਨਿਰਭਉ ਕਾ ਹੋਏਗਾ ਹਉਵਾਰੀ ਜਿਤ ਹੋਏਗਾ ਸਦਾ ਦੁਖ ਹੋਏ ਰਹਾ ਮੇਰੇ ਜੀਵਰੇ ਸਮਾਲੀਆਂ ਦੇਖਾ ਗਾਤੇ ਮਨਹਾਰ ਤੇਰਾ ਕੋਨੇ ਕੀਰਤਨਾ ਭਵਾ ਦਿਲਦਾ ਕੇ ਕਮ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਬਾਬਾ ਤੇਰ ਜੋ ਸਜਣਿਆ ਸੀ ਸੁਣੀਆਂ ਜੋ ਹੋਇਆ ਸਾਹਿਬ ਸੋ ਮੇਲ ਕਾ ਕਰੇ ਪਹੁੰਚਿਆ ਸਗਲੇ ਦੇ ਭਵਨ ਸਦਨ ਹਾਰਾ ਸਿਗੜਿਆ ਨਾਨਕ ਦੇ ਰਾਵਣ ਰਾਗ ਆਸਾ ਮਹਲਾ ਪਹਿਲਾ ਖਿਆ ਕਰ ਖਿਆ ਉਪਦੇਸ਼ ਗੁਰਗੁਰੇ ਤੇ ਸਿਆਣੇ ਬਾਬਾ ਗ੍ਰਹਿ ਕਰ ਕਰਦੇ ਗੀਤ ਹੋਏ ਸੋ ਕਾਲਾ ਗੁਰਾਈ ਹੋਏ ਦਾ ਹਾਉ ਵਿਸੋਏ ਦੱਸਿਆ ਘੜੀਆਂ ਪਹਿਰਾ ਕੀਤੀ ਬਾਣੀ ਮਾਹੋ ਹੋਵਾ ਸੂਰਜੇ ਕੋ ਰਸਿਆ ਦੇ ਨਾਨਕ ਕਰਦੇ ਗਏ ਦੇ ਨਾਨਾ ਦੀਵਾ ਨਾ ਪਹਿਲਾ ਪਰਮਨ ਆਪ ਰਾਮ ਚੰਦ ਜੀ ਪੁਰਾਣੇ ਪਾਰ ਦਾ ਮੰਤਰ ਜਨ ਮੋਤੀ ਤੁਮਾ ਆਨੋ ਪਹੁੰਚੋ ਕਰੇ ਹਰਿ ਫੂਲਤ ਜੋਤੀ ਐਸੀ ਆਰਤੀ ਹੋਏ ਪਾਖਣਾ ਤੇਰੀ ਆਰਤੀ ਆਨਤਾ ਸਭਾ ਜੰਤ ਤੇਰੀ ਰਾਹ ਸਤਿ ਨਨ ਹੈ ਕੋਹੇ ਕੋ ਸਹਿ ਨੂਰ ਨਾਨਾ ਕੇ ਕੋਹੀ ਸਹਿ ਪੰਥ ਨਨ ਏਕ ਪਰ ਧਨ ਦੇ ਸਹਿ ਪੰਥ ਇਹ ਜਲ ਕੋਟੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਸਾਹਿਬ ਜਾਣਨ ਸਭ ਮਹਿ ਜਾਣਨ ਹੋਏ ਉਹ ਸਾਖੀ ਜੋਤ ਪ੍ਰਗਟ ਹੋਏ ਜੋਤ ਸੇ ਸੋਆਰਤੀ ਹੋਏ ਅਰਜਨ ਕਵਲ ਪਤਰਾਂ ਲੋਕ ਮਨੋ ਅਰਜਨੋ ਹੋਇਆ ਹੀ ਪਿਆਸਾ ਕਿਰਪਾ ਕਰਦੇ ਹਨ ਸਾਰੇ ਕੋ ਹੋਏ ਜਾਣ ਕੇ ਤੇਰਾ ਨਾਏ ਵਾਸਾ ਰਾਗ ਗੌਰੀ ਗੁਰਬੀ ਮਹਲਾ ਚੌਥਾ ਆਮ ਰੋਗ ਰੋਗੋ ਪਰਿਆ ਸਾਧੂ ਖੰਡਰ ਖੰਡਾ ਹੈ ਗੁਰਬਲੇ ਤਿਲਕੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਸਾਧੂ ਅੰਜੁਰੀ ਗੁਣ ਵੱਡਾ ਹੈ ਕੰਤੌਰ ਗੁਣ ਵੱਡਾ ਹੈ ਰਾਮ ਸਾਤਾ ਸਾਰ ਨਾ ਜਾਣਿਆ ਜੇ ਅੰਤਰ ਤੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੇ ਦੁਬਾਰ ਕੋ ਪਾਵ ਹੈ ਜਾਂ ਕਾਲ ਕਹੇ ਸੇ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਨੇ ਦੋ ਜਨਮ ਮਰਨ ਦਾ ਖੰਡਾ ਹੈ ਅਵਨਾਸੀ ਗੁਰ ਪਾਇਆ ਪਰਮੇਸ਼ਰ ਬਹੁਤ ਖੰਡ ਪ੍ਰਹਿ ਮੰਡਾ ਹੈ हम प्रेम फकीर करते राग बरवटा है जाना एक है अन्ना में ही शोक मंडा है राग गौरी दूरबी महला बजवा करोगन की सुनो मेरे बीता संत की बेला इहा ठाट करो हल्ला आगा सुनो हेला और कहा मां का
फते मुक्ति सहाय आर्थिक मुक्ति के पातशाह दसवें ऐसा चमका गुरु इंडिया रंग तालदास रामदास होती सहाय अर्जुन हरगोविंद सिमरन श्री हरदास श्री हरिकृष्ण सजा तेग बहादुर सिमरया कहन दया बताई सत्संग होए सहाय साहब गुरुदाक्षर श्री गुरु शिक्षा जी महाराज कांधे वाली केदारी सत्संग होए सहाय दासा बादशाह मेरी श्री गुरु ग्रंथ जी के पाठ श्री राधा ध्यान करके खालसा गीता नाम जातिया देश चलाई चरणी कुमारी का ध्यान करके खालसा गीता आर्य लाल तंत्र गुरुवारे वाली कुर्बानियां कीतियां धर्मी हारिया स्वास्थ्य नाल निभाया तेरा शहीदां कुमारी का ध्यान करके खालसा गीता दर्शन की रात का ध्यान करके खालसा गीता बोलो सर्वात खालसा जी की रात है जी सर्वात खालसा जी जतयावत का सत्कार सब सुख होवाए जहाँ खालसा जी सहार कहाँ रक्षा आए तू देश देव पात्री गणपीता संस्कृति श्री साहब जी सहाय खालसा जी की भोलवाली सहाई दात आशीओ श्री ननकाना साहब ते होर गुरुद्वारे गुरधामां दे जिन्हां तो पंथ नूं छोड़िया गया है खुले दर्शन दीदार ਅਤੇ सेवा संभाल का दान खालसा जी नूं बख्शो हे निमाणिਆਂ ਦੀ ਮਾਂ हे ਟਾਣਿਆਂ ਦੇ ਤਾਣ हे ਓਟਿਆਂ ਦੀ सतगुरु श्री गुरु ग्रंथ साहिब जी महाराज आप जी दे हाजर शब्द चौंकी सोहला साहब जी की अरदास पुस्तक नो आप करनी सक पढ़ सुन सरबत लाहिब नाम
सतगुर के प्यारे हो आवो सिख सतगुर के प्यारे हो गाओ सच्ची बाणी गाओ सच्ची बाणी ਵਾਹਿਗੁਰੂ ਸਾਹਿਬ ਜੀਓ ਕੀਤਾ ਲੋੜੀ ਕੇ ਕੰਮ ਆਗੀਏ ਕੀਤੀਏ ਕਾਰਜ ਦੇ ਜੀ ਸਵਾਰ ਸਤਿਗੁਰ ਸਾਚੇ ਸਾਖੀਏ ਸੰਤਾ ਸੰਗ ਨੇਤਾ ਨੇ ਅੰਮ੍ਰਿਤ ਜਾਗੀਏ ਸੰਤਾ ਸੰਗ ਨੇ ਕੀਏ ਤੈ ਭਜਨ ਵੇਰਵਾਨ ਨਿਸਾਦ ਕੀ ਰਾਖੀਏ ਨਾਨਕ ਹਰਿ ਗੁਣ ਗਾਏ ਆਲਖ ਪ੍ਰਭ ਲਾਗੀਏ ਨਾਨਕ ਹਰਿ ਗੁਣ ਗਾਏ ਆਲਖ ਪ੍ਰਭ ਲਾਗੀਏ ਜਾਚਕ ਮੰਗੇ ਦਾਨ ਮੁੰਡੇ ਹੀ ਆਇਆ ਜਾਚਕ ਮੰਗੇ ਦਾਨ ਤੁਮਦੇ ਹੀ ਪਿਆਰਿਆ ਦੇਵਨ ਹਾਰੇ ਦਾਤਾਰ ਮੈਨੇ ਸੰਸਾਰ ਨਿਕਟ ਨਾ ਜਾਈ ਰੂਪ ਆਤੁਲ ਕੰਡਾਰਿਆ ਨਿਕਟ ਨਾ ਜਾਈ ਮੂਲ ਆਤੁਲ ਕੰਡਾਰਿਆ ਨਾਨਕ ਸ਼ਬਦ
दर्शन लेने तो हर पक्ष चल सुमलवा ज्ञान दर्शन लेने पयो संगत तन तन करो जे सतगुर लग प्रभु पाइया तो सतगुर सिमरो नरो जे सतगुर लग प्रभु पाइया तो सतगुर सिमरो
पून पूजा कहाँ ले चरावो और ना फूल अनुपन पावो मैला कर बेरे है कोई अंगा देख अमृत वस है एक संगा धूप दीप नई बेट है वर्षा कैसे पूज कर है तेरी दासा तन मन अर्पो पूज चरावो गुर प्रसाद निरंजन पावो पूजा अर्चा आहे ना तोरी कहरावदास कवन गत मोरी पूजा अर्चा आहे ना तोरी कहरावदास कवन गत मोरी पूजरी श्री रविदास जी के पद घर तीजा एक ओंकार सतगुर प्रसाद भूलता बच्छर थनहो मिटारियो भूल भवर जल मीन बिगारियो ਸਨਮਾਨਯੋਗ ਸਾਧ ਸੰਗਤ ਜੀਓ, ਸਿੱਖ ਆਪਣੀ ਪ੍ਰਾਰਥਨਾ ਦੇ ਵਿੱਚ ਇੱਕ ਅਰਦਾਸ ਜੋਦੜੀ ਬੇਨਤੀ ਕਰਦਾ ਹੈ। ਦਾਨਾ ਸਿਰਦਾਨ ਨਾਮਦਾਨ श्री अमृतसर साहब जी के दर्शन इशनान। श्री हरमंदर साहब अंदर जद दा सतगुरुदेव जी महाराज का प्रकाश सुशोभित किया गया है, उस दिन तो ही अठे पैर निरंतर हरि का कीर्तन होंदा है ते हरि दे कीर्तन दियां तरंगां दा ऐसा जल दे उत्ते ऐसा जमीन दे उत्ते प्रभाव है कि हर आने वाले जीव नूं इत्थे एक शांति महसूस होंदी है, एक अलौकिक आनंद महसूस होता है। इस कैसट दे विच श्री हरमंदर साहब दे दर्शन
करान दा एक उपराला किया गया है और बड़ा मेहनत दा ये उपराला है। आस है कि इस कैसेट नूं देख के जगी